Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 128ਵੇਂ ਅੰਗ ਦੀ ਵਿਆਖਿਆ ਕਰਦੇ ਹਾਂ ਜੀ। ਮਾਝ ਮਹਿਲਾ ਤੀਜਾ, ਮਨਮੁਖ ਪੜ੍ਹੇ ਪੰਡਤ ਕਹਾਵੈ, ਦੂਜੈ ਭਾਏ ਮਹਾ ਦੁਖ ਪਾਵੈ। ਵਿਖਿਆ ਮਾਤੇ ਕਿਛ ਸੂਝੈ ਨਾਹੀ, ਫਿਰ ਜੂਨੀ ਆਵਣਿਆ। ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਨ ਵਾਲੇ ਮਨੁੱਖ ਧਾਰਮਿਕ ਪੁਸਤਕਾਂ ਵੇਦ ਆਦਿਕ ਪੜ੍ਹਦੇ ਨੇ ਤੇ ਪੜ੍ਹ ਕੇ ਆਪਣੇ ਆਪ ਨੂੰ ਪੰਡਤ ਵਿਦਵਾਨ ਕਹਾਉਣ ਲੱਗ ਜਾਂਦੇ ਨੇ। ਇਸ ਤਰ੍ਹਾਂ ਕਰਕੇ ਉਹਨਾਂ ਦੀ ਹਉਮੈ ਨੂੰ ਬਲ ਮਿਲਦਾ ਹੈ। ਧਾਰਮਿਕ ਪੁਸਤਕਾਂ ਜਾਂ ਕਿਸੇ ਵੀ ਪ੍ਰਕਾਰ ਦੀਆਂ ਗਿਆਨ ਵਾਲੀਆਂ ਪੁਸਤਕਾਂ ਪੜ੍ਹਨ ਦੇ ਵਿੱਚ ਕੋਈ ਹਰਜ ਨਹੀਂ ਹੈ, ਪਰ ਉਹਨਾਂ ਨੂੰ ਪੜ੍ਹ ਕੇ ਤੁਸੀਂ ਹੰਕਾਰੀ ਨਾ ਹੋਵੋ। ਜਦ ਉਹਨਾਂ ਨੂੰ ਪੜ੍ਹ ਕੇ ਥੋੜ੍ਹਾ ਗਿਆਨ ਹਾਸਲ ਕਰਕੇ ਤੁਹਾਡੇ ਵਿੱਚ ਹਉਮੈ ਆ ਗਈ ਕਿ ਮੈਂ ਗਿਆਨਵਾਨ ਹੋ ਗਿਆ, ਮੈਂ ਵਿਦਵਾਨ ਹੋ ਗਿਆ, ਤਾਂ ਉਹਨਾਂ ਪੜ੍ਹੀਆਂ ਹੋਈਆਂ ਪੁਸਤਕਾਂ ਦਾ ਤੁਹਾਨੂੰ ਰੱਤੀ ਵੀ ਫਾਇਦਾ ਨਹੀਂ ਹੋਇਆ। ਦੂਜੇ ਭਾਏ ਮਹਾਂ ਦੁੱਖ ਪਾਵੈ। ਫਿਰ ਤੁਸੀਂ ਹਉਮੈ ਦੇ ਚੱਕਰਾਂ 'ਚ ਪੈ ਕੇ, ਮਾਇਆ ਦੇ ਚੱਕਰਾਂ 'ਚ ਪੈ ਕੇ, ਪਰਮਾਤਮਾ ਨੂੰ ਛੱਡ ਕੇ ਦੂਜੇ ਪਿਆਰਾਂ ਦੇ ਵਿੱਚ ਪੈ ਕੇ ਦੁੱਖ ਭੋਗਦੇ ਹੋ। ਵਿਖਿਆ ਮਾਤੇ ਕਿਛ ਸੂਝੈ ਨਾਹੀ, ਕਿ ਜਦ ਤੱਕ ਤੁਹਾਡਾ ਮਨ ਵਿਖਿਆ ਮਾਤੇ ਭਾਵ ਮਾਇਆ ਦੇ ਮੋਹ ਦੇ ਵਿੱਚ ਲੱਗਿਆ ਹੋਇਆ ਹੈ, ਮਾਇਆ ਦੇ ਚੱਕਰਾਂ ਦੇ ਵਿੱਚ ਮਸਤ ਹੈ, ਉਦੋਂ ਤੱਕ ਤੁਹਾਨੂੰ ਅਸਲ ਆਤਮਿਕ ਅਡੋਲਤਾ ਦੀ ਸਮਝ ਨਹੀਂ ਪੈਂਦੀ ਤੇ ਫਿਰ ਜੂਨੀ ਆਵਣਿਆ ਤੁਸੀਂ ਜਨਮ ਮਰਨ ਦੇ ਕੀੜ ਦੇ ਵਿੱਚ ਪਏ ਰਹਿੰਦੇ ਹੋ। ਹਉ ਵਾਰੀ ਜਿਉ ਵਾਰੀ ਹਉਮੈ ਮਾਰ ਮਿਲਾਵਣਿਆ, ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪਿਆਵਣਿਆ। ਰਹਾਓ। ਗੁਰੂ ਜੀ ਕਹਿੰਦੇ ਕਿ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਆਪਣੀ ਹਉਮੈ ਨੂੰ ਮਾਰ ਕੇ ਆਪਣੇ ਆਪ ਨੂੰ ਗੁਰੂ ਦੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਮਿਲਾ ਲਿਆ ਹੈ। ਗੁਰੂ ਦੀ ਸੇਵਾ ਕੀਤਿਆਂ ਉਹ ਪ੍ਰਮਾਤਮਾ ਮਨ ਦੇ ਵਿੱਚ ਆ ਵਸਦਾ ਹੈ। ਉਹਦਾ ਸਹਿਜ ਰੂਪੀ ਸਬਰ ਰੂਪੀ ਨਾਮ ਰਸ ਅਸੀਂ ਪੀ ਲੈਂਦੇ ਹਾਂ। ਵੇਦ ਪੜ੍ਹੇ ਹਰ ਰਸ ਨਹੀਂ ਆਇਆ, ਵਾਦ ਵਖਾਣੈ ਮੋਹੇ ਮਾਇਆ। ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣਿਆ। ਕਹਿੰਦੇ ਵੇਦ ਪੜ੍ਹ ਕੇ ਜਾਂ ਧਾਰਮਿਕ ਪੁਸਤਕਾਂ ਪੜ੍ਹ ਕੇ ਤੁਸੀਂ ਉਸ ਪਰਮਾਤਮਾ ਦਾ ਮਿਲਾਪ ਹਾਸਲ ਨਹੀਂ ਕਰ ਸਕਦੇ। ਵੇਦ ਪੜ੍ਹੈ ਹਰ ਰਸ ਨਹੀਂ ਆਇਆ। ਰਸ ਰੂਪੀ ਨਾਮ ਰੂਪੀ ਅੰਮ੍ਰਿਤ ਜੋ ਹੈ ਉਹ ਤੁਸੀਂ ਧਾਰਮਿਕ ਕਿਤਾਬਾਂ ਪੜ੍ਹ ਕੇ ਹਾਸਲ ਨਹੀਂ ਕਰ ਸਕਦੇ। ਧਾਰਮਿਕ ਕਿਤਾਬਾਂ ਪੜ੍ਹ ਕੇ ਤੁਸੀਂ ਵਾਦ ਵਖਾਣਾ ਮੋਹੇ ਮਾਇਆ, ਕਿਸੇ ਧਾਰਮਿਕ ਚਰਚਾ ਕਰਨ ਦੇ ਯੋਗ ਹੋ ਸਕਦੇ ਹੋ, ਵਾਦ ਵਿਵਾਦ ਕਰਨ ਦੇ ਯੋਗ ਹੋ ਸਕਦੇ ਹੋ, ਪਰ ਪਰਮਾਤਮਾ ਨਾਲ ਮਿਲਾਪ ਹਾਸਲ ਨਹੀਂ ਕਰ ਸਕਦੇ। ਉਹਨਾਂ ਵਾਦਾਂ ਵਿਵਾਦਾਂ ਦੇ ਚੱਕਰਾਂ 'ਚ ਪੈ ਕੇ ਤੁਸੀਂ ਮੋਹੇ ਮਾਇਆ, ਮਾਇਆ ਦੇ ਮੋਹ ਵਿੱਚ ਹੀ ਫਸੇ ਰਹਿੰਦੇ ਹੋ। ਅਗਿਆਨ ਮਤੀ ਸਦਾ ਅੰਧਿਆਰਾ। ਜੇਕਰ ਤੁਸੀਂ ਆਪਣੇ ਆਪ ਨੂੰ ਉਹਨਾਂ ਧਾਰਮਿਕ ਕਿਤਾਬਾਂ ਦੇ ਤੱਕ ਸੀਮਿਤ ਰੱਖਦੇ ਹੋ ਤਾਂ ਤੁਸੀਂ ਆਪਣੇ ਅੰਦਰੋਂ ਮਾਇਆ ਦਾ ਜੋ ਅੰਧਿਆਰਾ ਹੈ, ਹਨੇਰਾ ਹੈ, ਉਸ ਨੂੰ ਦੂਰ ਨਹੀਂ ਕਰ ਸਕਦੇ। ਸਦਾ ਅਗਿਆਨਮਤੀ ਹੀ ਰਹਿੰਦੇ ਹੋ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰੂ ਜੀ ਸਾਨੂੰ ਧਾਰਮਿਕ ਪੁਸਤਕਾਂ ਪੜ੍ਹਨ ਤੋਂ ਕਿਤੇ ਨਾ ਕਿਤੇ ਵਰਜ ਰਹੇ ਨੇ। ਮੇਬੀ ਉਹ ਸਾਨੂੰ ਰੋਕ ਨਹੀਂ ਰਹੇ, ਪਰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਿਰਫ ਧਾਰਮਿਕ ਪੁਸਤਕਾਂ ਪੜ੍ਹ ਕੇ ਕੁਝ ਨਹੀਂ ਹੋਣਾ। ਜਾਂ ਐਟਲੀਸਟ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਧਾਰਮਿਕ ਪੁਸਤਕਾਂ ਪੜ੍ਹ ਕੇ ਤੁਸੀਂ ਪਰਮਾਤਮਾ ਨਾਲ ਮਿਲਾਪ ਨਹੀਂ ਹਾਸਲ ਕਰ ਸਕਦੇ, ਵਾਦ ਵਿਵਾਦ ਦੇ ਯੋਗ, ਬਹਿਸ ਕਰਨ ਦੇ ਯੋਗ ਹੋ ਜਾਂਦੇ ਹੋ। ਫਿਰ ਸਵਾਲ ਇਹ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਉਂ ਪੜ੍ਹੀਏ? ਇਹ ਵੀ ਤਾਂ ਇੱਕ ਧਾਰਮਿਕ ਪੁਸਤਕ ਹੈ। ਪਰ ਇੱਥੇ ਇਹ ਦੱਸ ਦੇਣਾ ਮੈਂ ਜ਼ਰੂਰੀ ਸਮਝਦਾ ਹਾਂ ਕਿ ਉਹਨਾਂ ਵੇਦਾਂ ਦੇ ਵਿੱਚ ਜਾਂ ਹੋਰਨਾਂ ਧਾਰਮਿਕ ਪੁਸਤਕਾਂ ਦੇ ਮੁਕਾਬਲੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਫਰਕ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਸੇ ਦੀ ਨਿੰਦਿਆ ਨਹੀਂ ਕੀਤੀ ਗਈ ਹੈ, ਸਿਰਫ ਤੇ ਸਿਰਫ ਪਰਮਾਤਮਾ ਦੀ ਗੱਲ ਹੋਈ ਹੈ। ਤੇ ਅਗਲੀ ਜੋ ਪੰਕਤੀ ਹੈ ਜਿਸ ਵਿੱਚ ਗੁਰੂ ਜੀ ਨੇ ਕਿਹਾ ਕਿ ਗੁਰਮੁਖ ਬੂਝ ਹਰ ਗਾਵਣਿਆ, ਕਿ ਜਿਹੜਾ ਮਨੁੱਖ ਗੁਰੂ ਦੀ ਮੱਤ ਤੇ ਤੁਰਦਾ ਹੈ, ਗੁਰੂ ਦੇ ਲੜ ਲੱਗਦਾ ਹੈ, ਉਹ ਪਰਮਾਤਮਾ ਦੇ ਗੁਣ ਗਾਉਂਦਾ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ ਤੇ ਇਸ ਗੁਰੂ ਦੇ ਰਾਹੀਂ ਅਸੀਂ ਪਰਮਾਤਮਾ ਦੇ ਗੁਣ ਗਾਉਣਾ ਹੀ ਸਿੱਖਦੇ ਹਾਂ। ਅਕਥੋ ਕਥੀਐ ਸ਼ਬਦ ਸੁਹਾਵੈ, ਗੁਰਮਤੀ ਮਨ ਸੱਚੋ ਭਾਵੈ। ਸੱਚੋ ਸੱਚ ਰਵੈ ਦਿਨ ਰਾਤੀ, ਇਹ ਮਨ ਸੱਚ ਰੰਗਾਵਣਿਆ। ਜਿਸ ਹਿਰਦੇ ਦੇ ਵਿੱਚ ਉਸ ਅਕਥ ਪਰਮਾਤਮਾ ਦੀ ਸਿਫਤ ਸਲਾਹ ਹੋਣ ਲੱਗੇ,
ਜਿਹੜਾ ਮਨੁੱਖ ਉਸ ਅਕਥ ਤੋਂ ਭਾਵ ਕਿ ਜਿਹਦਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਪਰਮਾਤਮਾ ਦੀ ਸਿਫਤ ਸਲਾਹ ਹੋਣ ਲੱਗੇ, ਉਸ ਹਿਰਦੇ ਦੇ ਵਿੱਚ ਉਸ ਮਨੁੱਖ ਨੂੰ ਪਰਮਾਤਮਾ ਸੋਹਣਾ ਲੱਗਣ ਲੱਗ ਜਾਂਦਾ ਹੈ। ਗੁਰਮਤੀ ਮਨ ਸੱਚੋ ਭਾਵੈ, ਫਿਰ ਉਸ ਗੁਰਮੁਖ ਮਨੁੱਖ ਦਾ ਜੋ ਮਨ ਹੈ ਉਹ ਉਸ ਪਰਮਾਤਮਾ ਦੇ ਨਾਲ ਭਾਉਂਦਾ ਹੈ, ਪਰਮਾਤਮਾ ਦੇ ਪਿਆਰ ਦੇ ਵਿੱਚ ਪੈ ਜਾਂਦਾ ਹੈ। ਦਿਨ ਰਾਤ ਉਹ ਮਨੁੱਖ ਫਿਰ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਉਹਦੇ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ। ਜੋ ਸੱਚ ਰਤੇ ਤਿਨ ਸੱਚੋ ਭਾਵੈ, ਆਪੇ ਦੇ ਨਾ ਪਛਤਾਵੈ, ਗੁਰ ਕੈ ਸ਼ਬਦ ਸਦਾ ਸੱਚ ਜਾਤਾ, ਮਿਲ ਸੱਚੇ ਸੁਖ ਪਾਵਣਿਆ। ਜਿਹੜੇ ਮਨੁੱਖ ਉਸ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੱਤੇ ਰਹਿੰਦੇ ਹਨ, ਰੰਗੇ ਰਹਿੰਦੇ ਹਨ, ਉਹਨਾਂ ਨੂੰ ਉਹ ਪਰਮਾਤਮਾ ਚੰਗਾ ਲੱਗਦਾ ਹੈ, ਸੋਹਣਾ ਲੱਗਦਾ ਹੈ, ਭਾਉਂਦਾ ਹੈ, ਪਿਆਰਾ ਲੱਗਦਾ ਹੈ। ਅਤੇ ਉਹ ਪਰਮਾਤਮਾ ਇਹ ਆਪਦੇ ਨਾਮ ਦੀ ਦਾਤ ਉਹਨਾਂ ਮਨੁੱਖਾਂ ਨੂੰ ਆਪ ਹੀ ਦਿੰਦਾ ਹੈ ਅਤੇ ਉਸ ਤੋਂ ਬਾਅਦ ਪਛਤਾਉਂਦਾ ਵੀ ਨਹੀਂ। ਜਦੋਂ ਅਸੀਂ ਗੁਰੂ ਦੇ ਸ਼ਬਦਾਂ ਦੇ ਵਿੱਚ ਜੁੜਦੇ ਹਾਂ, ਗੁਰ ਕੈ ਸ਼ਬਦ ਸਦਾ ਸੱਚ ਜਾਤਾ, ਤਾਂ ਸਾਡੀ ਸਦਾ ਹੀ ਉਸ ਪਰਮਾਤਮਾ ਦੇ ਨਾਲ ਇੱਕ ਸਾਂਝ ਪਈ ਰਹਿੰਦੀ ਹੈ। ਜਾਤਾ ਤੋਂ ਭਾਵ ਸਾਂਝ ਪੈਣੀ, ਕਿ ਜਦੋਂ ਅਸੀਂ ਗੁਰੂ ਦੇ ਸ਼ਬਦਾਂ ਦੇ ਵਿੱਚ ਜੁੜਦੇ ਹਾਂ ਤਾਂ ਸਦਾ ਸਾਡੀ ਉਸ ਪਰਮਾਤਮਾ ਦੇ ਨਾਲ ਇੱਕ ਡੂੰਘੀ ਸਾਂਝ ਪਈ ਰਹਿੰਦੀ ਹੈ। ਅਤੇ ਇਸ ਤਰ੍ਹਾਂ ਅਸੀਂ ਉਸ ਪਰਮਾਤਮਾ ਨਾਲ, ਉਸ ਸੱਚੇ ਦੇ ਨਾਲ ਮਿਲ ਕੇ ਸਦਾ ਆਨੰਦ ਮਾਣਦੇ ਹਾਂ, ਸੁੱਖ ਪ੍ਰਾਪਤ ਕਰਦੇ ਹਾਂ। ਕੂੜ ਕੁਸਤ ਤਿਨਾ ਮੈਲ ਨਾ ਲਾਗੈ, ਗੁਰ ਪ੍ਰਸਾਦੀ ਅਨ ਦਿਨ ਜਾਗੈ, ਨਿਰਮਲ ਨਾਮ ਵਸੈ ਘਟ ਭੀਤਰ, ਜੋਤੀ ਜੋਤ ਮਿਲਾਵਣਿਆ। ਕੂੜ ਤੋਂ ਭਾਵ ਝੂਠ ਅਤੇ ਕੁਸੁੱਤ ਤੋਂ ਭਾਵ ਠੱਗੀ। ਕਹਿੰਦੇ ਕਿ ਕੂੜ ਕੁਸੁੱਤ ਤਿਨਾ ਮੈਲ ਨਾ ਲਾਗਾ। ਪਿਛਲੀਆਂ ਪੰਕਤੀਆਂ ਦੇ ਵਿੱਚ ਅਸੀਂ ਉਹਨਾਂ ਮਨੁੱਖਾਂ ਦੀ ਗੱਲ ਕੀਤੀ ਜਿਹੜੇ ਗੁਰੂ ਦੇ ਲੜ ਲੱਗ ਕੇ ਉਸ ਪਰਮਾਤਮਾ ਦੇ ਨਾਲ ਸਾਂਝ ਪਾ ਲੈਂਦੇ ਹਨ, ਅਤੇ ਇਸ ਪੰਕਤੀ ਦੇ ਵਿੱਚ ਗੁਰੂ ਜੀ ਕਹਿੰਦੇ ਕਿ ਅਜਿਹੇ ਮਨੁੱਖਾਂ ਨੂੰ ਕੋਈ ਵੀ ਝੂਠ, ਕੋਈ ਵੀ ਠੱਗੀ ਜਾਂ ਕਿਸੇ ਵੀ ਪ੍ਰਕਾਰ ਦੀ ਵਿਕਾਰਾਂ ਦੀ ਮੈਲ ਪੋ ਨਹੀਂ ਸਕਦੀ, ਉਹਨਾਂ ਨੂੰ ਨਹੀਂ ਲੱਗਦੀ। ਗੁਰ ਪ੍ਰਸਾਦੀ ਅਨ ਦਿਨ ਜਾਗੈ, ਉਹ ਹਰ ਰੋਜ਼ ਗੁਰੂ ਦੀ ਸਿੱਖਿਆ ਦੇ ਉੱਤੇ ਚੱਲਦੇ ਹੋਏ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਨੇ। ਜਾਗੈ ਭਾਵ ਸੁਚੇਤ ਰਹਿਣਾ। ਉਸ ਪਰਮਾਤਮਾ ਦਾ ਪਵਿੱਤਰ ਨਾਮ ਉਹਨਾਂ ਦੇ ਹਿਰਦਿਆਂ ਦੇ ਅੰਦਰ ਵਸਦਾ ਹੈ, ਅਤੇ ਇਸ ਤਰ੍ਹਾਂ ਉਹ ਆਪਣੀ ਜੋਤ ਉਸ ਪਰਮਾਤਮਾ ਦੀ ਜੋਤ ਦੇ ਵਿੱਚ ਮਿਲਾ ਲੈਂਦੇ ਨੇ। ਤ੍ਰੈ ਗੁਣ ਪੜ੍ਹੈ ਹਰ ਤਤ ਨਾ ਜਾਣੈ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੈ, ਮੋਹ ਵਿਆਪੇ ਕਿਛ ਸੂਝੈ ਨਾਹੀ, ਗੁਰ ਸ਼ਬਦੀ ਹਰ ਪਾਵਣਿਆ। ਜਿਹੜੇ ਮਨੁੱਖ ਸ਼ਬਦ ਨੂੰ ਨਹੀਂ ਪਛਾਣਦੇ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੈ, ਕਿ ਜਿਹੜੇ ਗੁਰੂ ਦੇ ਸ਼ਬਦਾਂ ਦੇ ਨਾਲ ਸਾਂਝ ਨਹੀਂ ਪਾਉਂਦੇ, ਗੁਰੂ ਦੀ ਮੱਤ ਦੇ ਉੱਤੇ ਨਹੀਂ ਤੁਰਦੇ, ਉਹ ਮੂਲੋਂ ਭੁੱਲੇ ਰਹਿੰਦੇ ਹਨ, ਉਸ ਪਰਮਾਤਮਾ ਵੱਲੋਂ ਭੁੱਲੇ ਰਹਿੰਦੇ ਹਨ। ਉਸ ਆਪਣੇ ਮੂਲ ਤੋਂ, ਆਪਣੇ ਪਰਮਾਤਮਾ ਤੋਂ ਮੁੱਖ ਮੋੜੀ ਰੱਖਦੇ ਹਨ। ਅਤੇ ਤ੍ਰੈ ਗੁਣ ਪੜ੍ਹੇ ਹਰ ਤੱਤ ਨਾ ਜਾਣੈ, ਅਸਲ ਜੋ ਗੱਲ ਹੈ, ਅਸਲ ਜੋ ਤੱਤ ਹੈ, ਅਸਲੀਅਤ ਹੈ, ਉਹਦੀ ਉਹਨਾਂ ਨੂੰ ਸਮਝ ਨਹੀਂ ਪੈਂਦੀ, ਉਹ ਨਹੀਂ ਜਾਣ ਪਾਉਂਦੇ, ਅਤੇ ਤਿੰਨ ਗੁਣੀ ਮਾਇਆ ਦੇ ਹੀ ਪੱਤਰੇ ਪੜ੍ਹਦੇ ਰਹਿੰਦੇ ਹਨ, ਭਾਵ ਕਿ ਮਾਇਆ ਦੇ ਵਿੱਚ ਹੀ ਰੁੱਝੇ ਰਹਿੰਦੇ ਹਨ। ਅਤੇ ਜਿੰਨਾ ਚਿਰ ਉਹ ਇਸ ਮਾਇਆ ਦੇ ਮੋਹ ਦੇ ਵਿੱਚ ਵਿਆਪੇ ਰਹਿੰਦੇ ਨੇ, ਖੋਏ ਰਹਿੰਦੇ ਨੇ, ਉਹਨਾਂ ਨੂੰ ਪਰਮਾਤਮਾ ਦੀ ਭਗਤੀ ਦੇ ਬਾਰੇ ਦੇ ਵਿੱਚ ਕੁਝ ਨਹੀਂ ਸੁਝਦਾ। ਜੋ ਮਨੁੱਖ ਹੰਕਾਰੀ ਹੈ, ਮਾਇਆ ਦੇ ਪਿੱਛੇ ਲੱਗਿਆ ਹੋਇਆ ਹੈ, ਉਸ ਨੂੰ ਚੇਤੇ ਵੀ ਨਹੀਂ ਆਉਂਦਾ ਕਿ ਪਰਮਾਤਮਾ ਨਾਮ ਦੀ ਕੋਈ ਸ਼ੈ ਹੈ ਅਤੇ ਮੈਂ ਉਸ ਨੂੰ ਯਾਦ ਕਰਨਾ ਹੈ, ਕਿਉਂਕਿ ਪਰਮਾਤਮਾ ਨਾਲ ਜੋ ਸਾਂਝ ਹੈ ਉਹ ਮਾਇਆ ਦੇ ਲੜ ਲੱਗ ਕੇ ਨਹੀਂ, ਗੁਰੂ ਦੇ ਲੜ ਲੱਗ ਕੇ ਪੈਂਦੀ ਹੈ। ਅਤੇ ਮਾਇਆ ਮੋਹ ਦੇ ਵਿੱਚ ਵਿਆਪਿਆ ਹੋਇਆ ਮਨੁੱਖ ਗੁਰੂ ਤੋਂ ਬਹੁਤ ਦੂਰ ਹੁੰਦਾ ਹੈ। ਵੇਦ ਪੁਕਾਰੈ ਤ੍ਰਿਵਿਧ ਮਾਇਆ, ਮਨ ਮੁਖ ਨਾ ਬੂਝੈ ਦੂਜੈ ਭਾਇਆ, ਤ੍ਰੈ ਗੁਣ ਪੜ੍ਹੇ ਹਰ ਇੱਕ ਨਾ ਜਾਣੈ, ਬਿਨ ਬੂਝੇ ਦੁੱਖ ਪਾਵਣਿਆ। ਕਹਿੰਦੇ ਜੋ ਵੇਦਾਂ ਨੂੰ ਪੁਕਾਰਨ ਵਾਲਾ ਹੈ, ਭਾਵ ਕਿ ਪੰਡਤ ਹੈ, ਉਹਨਾਂ ਜ਼ਮਾਨਿਆਂ ਦੇ ਵਿੱਚ ਵੀ ਇਹ ਚੀਜ਼ ਪ੍ਰਚਲਿਤ ਸੀ, ਅੱਜ ਵੀ ਹੈ, ਕਿ ਵੇਦ ਪੁਕਾਰੈ ਤ੍ਰਿਵਿਧ ਮਾਇਆ, ਕਿ ਜਿਹੜਾ ਪੰਡਤ ਵੇਦ ਨੂੰ ਪੜ੍ਹ ਕੇ ਸੁਣਾ ਰਿਹਾ ਹੈ ਉਹਦੇ ਅੰਦਰ ਵੀ ਮਾਇਆ ਦਾ ਪ੍ਰਭਾਵ ਹੈ। ਉਹ ਵੇਦ ਪੜ੍ਹ ਕੇ ਲੋਕਾਂ ਨੂੰ ਇਸ ਲਈ ਨਹੀਂ ਸੁਣਾ ਰਿਹਾ ਕਿ ਉਹ ਉਹਨਾਂ ਲੋਕਾਂ ਨੂੰ ਕੋਈ ਪਰਮਾਤਮਾ ਦੇ ਬਾਰੇ ਦੱਸਣਾ ਚਾਹੁੰਦਾ ਹੈ, ਜਾਂ ਉਹਨਾਂ ਲੋਕਾਂ ਦੀ ਪਰਮਾਤਮਾ ਦੇ ਨਾਲ ਸਾਂਝ ਪਾਉਣ ਦੇ ਲਈ ਮਦਦ ਕਰਨਾ ਚਾਹੁੰਦਾ ਹੈ। ਉਹ ਵੇਦ ਪੜ੍ਹ ਕੇ ਉਹਨਾਂ ਨੂੰ ਇਸ ਕਰਕੇ ਸੁਣਾ ਰਿਹਾ ਹੈ ਕਿਉਂਕਿ ਬਦਲੇ ਦੇ ਵਿੱਚ ਉਹਨੂੰ ਦਕਸ਼ਨਾ ਮਿਲਣ ਵਾਲੀ ਹੈ। ਤ੍ਰੈ ਗੁਣ ਪੜ੍ਹੈ ਹਰ ਏਕ ਨਾ ਜਾਣੈ, ਉਸ ਇੱਕ ਪਰਮਾਤਮਾ ਦੇ ਬਾਰੇ 'ਚ ਉਹਨੂੰ ਗਿਆਨ ਨਹੀਂ ਹੈ। ਉਹ ਮਾਇਆ ਕਮਾਉਣ ਦੀ ਖਾਤਰ ਪੜ੍ਹਦਾ ਹੈ, ਧਾਰਮਿਕ ਪੁਸਤਕਾਂ ਪੜ੍ਹਦਾ ਹੈ ਅਤੇ ਦੂਸਰਿਆਂ ਨੂੰ ਸੁਣਾਉਂਦਾ ਹੈ। ਮਨਮੁਖ ਨਾ ਬੂਝੈ ਦੂਜੈ ਭਇਆ,
ਕਿ ਇਸ ਤਰ੍ਹਾਂ ਉਹ ਮਨਮੁਖ ਹੋ ਕੇ ਪ੍ਰਮਾਤਮਾ ਨੂੰ ਛੱਡ ਕੇ ਦੂਜਿਆਂ ਦੇ ਮਾਇਆ ਦੇ ਪਿਆਰ ਦੇ ਵਿੱਚ ਪਿਆ ਰਹਿੰਦਾ ਹੈ ਤੇ ਬਿਨ ਬੂਝੇ ਦੁੱਖ ਪਾਵਣਿਆ ਇਸ ਗੱਲ ਨੂੰ ਨਾ ਬੁੱਝਣ ਕਰਕੇ ਉਹ ਦੁੱਖ ਭੋਗਦਾ ਹੈ। ਹੁਣ ਇੱਥੇ ਇੱਕ ਬੜੀ ਗੌਰ ਕਰਨ ਵਾਲੀ ਗੱਲ ਹੈ, ਉਹ ਇਹ ਹੈ ਕਿ ਗੁਰੂ ਜੀ ਨੇ ਕਿਹਾ ਕਿ ਵੇਦ ਪੁਕਾਰੈ ਤ੍ਰਿਵਿਧ ਮਾਇਆ, ਕਿ ਜੋ ਪੰਡਤ ਹੈ ਉਹ ਮਾਇਆ ਦੀ ਖਾਤਰ ਵੇਦ ਪੜ੍ਹ ਕੇ ਲੋਕਾਂ ਨੂੰ ਸੁਣਾ ਰਿਹਾ ਹੈ। ਉਹਦਾ ਮਕਸਦ ਲੋਕਾਂ ਨੂੰ ਉਸ ਪਰਮਾਤਮਾ ਦੇ ਬਾਰੇ 'ਚ ਜਾਣਕਾਰੀ ਦੇਣਾ ਨਹੀਂ ਹੈ, ਪਰਮਾਤਮਾ ਨਾਲ ਸਾਂਝ ਪਾਉਣ ਦੇ ਵਿੱਚ ਲੋਕਾਂ ਦੀ ਮਦਦ ਕਰਨਾ ਨਹੀਂ ਹੈ। ਉਹਦਾ ਮਕਸਦ ਆਪਦੀ ਦਕਸ਼ਨਾ ਇਕੱਠੀ ਕਰਨਾ ਹੈ। ਹੋ ਸਕਦਾ ਤੁਹਾਨੂੰ ਇਹ ਗੱਲ ਥੋੜ੍ਹੀ ਵਿਵਾਦਤ ਲੱਗੇ, ਇਸ ਲਈ ਮੈਂ ਆਪਣਾ ਕੋਈ ਨਿੱਜੀ ਵਿਚਾਰ ਤੁਹਾਡੇ ਦੇ ਉੱਪਰ ਥੋਪਣ ਦੀ ਕੋਸ਼ਿਸ਼ ਨਹੀਂ ਕਰਦਾ, ਪਰ ਇੱਕ ਵਾਰੀ ਤੁਸੀਂ ਜੋ ਸਾਡੀ ਸਿੱਖ ਧਰਮ ਦੇ ਵਿੱਚ ਅੱਜ ਦੀ ਘੜੀ ਪ੍ਰਚਲਿਤ ਹੈ ਉਹਦੇ 'ਤੇ ਗੌਰ ਜ਼ਰੂਰ ਕਰਿਓ ਕਿ ਅਸੀਂ ਪਾਠ ਰਖਵਾਉਂਦੇ ਹਾਂ ਤੇ ਉਹਦੇ ਬਦਲੇ ਦੇ ਵਿੱਚ ਗੁਰੂ ਘਰ ਨੂੰ ਦਕਸ਼ਨਾ ਦਿੰਦੇ ਹਾਂ। ਇਸ ਪ੍ਰਕਿਰਿਆ ਨੂੰ ਨਾਮ ਅਸੀਂ ਜੋ ਮਰਜ਼ੀ ਦੇ ਲਈਏ, ਪਰ ਗੱਲ ਜੋ ਹੈ ਉਹ ਇਹੀ ਹੈ ਕਿ ਪਾਠੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪਰਮਾਤਮਾ ਦੇ ਨਾਮ ਦੇ ਬਾਰੇ 'ਚ ਪੜ੍ਹ ਕੇ ਸੁਣਾਉਂਦਾ ਹੈ ਤੇ ਬਦਲੇ ਦੇ ਵਿੱਚ ਅਸੀਂ 3 ਗੁਣੀ ਮਾਇਆ ਉਸ ਨੂੰ ਭੇਂਟ ਕਰਦੇ ਹਾਂ। ਇਹ ਇੱਕ ਸੱਚਾਈ ਹੈ ਜੋ ਤੁਹਾਡੇ ਸਾਹਮਣੇ ਮੈਂ ਰੱਖੀ ਹੈ। ਇਸ ਨੂੰ ਕਿਸ ਤਰੀਕੇ ਨਾਲ ਤੁਸੀਂ ਲੈਣਾ ਹੈ, ਕੀ ਤੁਸੀਂ ਇਸ ਤੋਂ ਸਮਝਣਾ ਹੈ, ਇਹ ਤੁਹਾਡੇ ਆਪਣੇ ਵਿਚਾਰਾਂ ਦੇ ਹਿਸਾਬ ਨਾਲ ਤੁਸੀਂ ਸੋਚ ਸਕਦੇ ਹੋ। ਅੱਗੇ ਚੱਲਦੇ ਹਾਂ ਕਿ ਜਾ ਤਿਸ ਭਾਵੈ ਤਾਂ ਆਪ ਮਿਲਾਏ, ਗੁਰ ਸ਼ਬਦੀ ਸਹਿਜਾ ਦੁਖ ਚੁਕਾਏ। ਨਾਨਕ ਨਾਵੈ ਕਿ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ। ਕਹਿੰਦੇ ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ ਕਿ ਉਹਨਾਂ ਨੇ ਮਨਮੁਖ ਬਣਨਾ ਹੈ ਜਾਂ ਗੁਰਮੁਖ ਬਣਨਾ ਹੈ। ਜਾ ਤਿਸ ਭਾਵੈ ਕਿ ਜਿਹੜਾ ਉਸ ਪਰਮਾਤਮਾ ਨੂੰ ਭਾਉਂਦਾ ਹੈ ਉਸੇ ਨੂੰ ਉਹ ਗੁਰੂ ਦੇ ਨਾਲ ਮਿਲਾਉਂਦਾ ਹੈ ਤੇ ਗੁਰੂ ਦੇ ਸ਼ਬਦਾਂ ਵਿੱਚ ਜੋੜ ਕੇ ਉਸ ਮਨੁੱਖ ਦੇ ਸਹਿਮ ਅਤੇ ਦੁੱਖ ਦੂਰ ਕਰ ਦਿੰਦਾ ਹੈ। ਹੇ ਨਾਨਕ, ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਨਾਮ ਸਿਮਰਨ ਵਾਲੀ ਸਦਾ ਕਾਇਮ ਰਹਿਣ ਵਾਲੀ ਇੱਜ਼ਤ ਦਿੰਦਾ ਹੈ, ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਨ ਨੂੰ ਹੀ ਆਪਣੇ ਜੀਵਨ ਦਾ ਮਨੋਰਥ ਮੰਨ ਕੇ ਆਤਮਿਕ ਆਨੰਦ ਮਾਣਦਾ ਹੈ। ਮਾਝ ਮਹਿਲਾ ਤੀਜਾ। ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੈ ਸੋ ਪੰਡਤ ਹੋਈ। ਆਪ ਤਰੈ ਸਗਲੇ ਕੁਲ ਤਾਰੈ, ਹਰ ਨਾਮ ਮਨ ਵਸਾਵਣਿਆ। ਉਹ ਪਰਮਾਤਮਾ ਆਪ ਹੀ ਨਿਰਗੁਣ ਹੈ, ਆਪ ਹੀ ਸਰਗੁਣ ਹੈ। ਨਿਰਗੁਣ ਤੋਂ ਭਾਵ ਕਿ ਮਾਇਆ ਦੇ 3 ਗੁਣਾਂ ਤੋਂ ਪਰੇ ਹੈ ਤੇ ਸਰਗੁਣ ਤੋਂ ਭਾਵ ਕਿ ਮਾਇਆ ਦੇ 3 ਗੁਣ ਉਹਦੇ ਵਿੱਚ ਮੌਜੂਦ ਨੇ। ਉਹ ਆਪੇ ਹੀ ਪ੍ਰਗਟ ਰੂਪ ਦੇ ਵਿੱਚ ਵੀ ਸਾਨੂੰ ਵਿਖਾਈ ਦਿੰਦਾ ਹੈ ਤੇ ਆਪੇ ਹੀ ਲੁਕਿਆ ਹੋਇਆ ਵੀ ਹੈ। ਤਤ ਪਛਾਣੈ ਸੋ ਪੰਡਤ ਹੋਈ। ਜਿਹੜੇ ਮਨੁੱਖ ਨੇ ਇਸ ਅਸਲੀਅਤ ਨੂੰ ਪਛਾਣ ਲਿਆ, ਉਸ ਇੱਕ ਪਰਮਾਤਮਾ ਨੂੰ ਪਛਾਣ ਲਿਆ, ਉਹੀ ਅਸਲੀ ਪੰਡਤ ਹੋ ਜਾਂਦਾ ਹੈ। ਤੇ ਅਜਿਹਾ ਮਨੁੱਖ ਫਿਰ ਆਪਣੇ ਆਪ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ, ਆਪਣੀਆਂ ਕੁਲਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਤੇ ਉਸ ਪਰਮਾਤਮਾ ਦੇ ਹਰ ਨਾਮ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਈ ਰੱਖਦਾ ਹੈ। ਹਉ ਵਾਰੀ ਜਿਉ ਵਾਰੀ, ਹਰ ਰਸ ਚਖ ਸਾਧ ਪਾਵਣਿਆ। ਹਰ ਰਸ ਚਖ ਹੈ ਸੇ ਜਨ ਨਿਰਮਲ, ਨਿਰਮਲ ਨਾਮ ਧਿਆਵਣਿਆ ਰਹਾਉ। ਗੁਰੂ ਜੀ ਕਹਿੰਦੇ ਕਿ ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਨਾਮ ਰਸ ਚੱਖ ਕੇ ਸਵਾਦ ਪਾਇਆ ਹੈ, ਆਤਮਿਕ ਆਨੰਦ ਪ੍ਰਾਪਤ ਕੀਤਾ ਹੈ। ਉਹ ਮਨੁੱਖ ਜਿਹੜੇ ਉਸ ਪਰਮਾਤਮਾ ਦਾ ਨਾਮ ਰਸ ਚੱਖਦੇ ਹਨ, ਸੇ ਜਨ ਨਿਰਮਲ ਹੋ ਜਾਂਦੇ ਹਨ। ਉਹ ਮਨੁੱਖ ਪਵਿੱਤਰ ਆਤਮਾ ਵਾਲੇ ਹੋ ਜਾਂਦੇ ਹਨ ਤੇ ਉਸ ਪਰਮਾਤਮਾ ਦਾ ਨਿਰਮਲ ਪਵਿੱਤਰ ਨਾਮ ਧਿਆਉਂਦੇ ਰਹਿੰਦੇ ਹਨ। ਸੋ ਨਿਹ ਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤਤ ਗਿਆਨ ਹਉਮੈ ਮਾਰੇ। ਨਾਮ ਪਦਾਰਥ ਨੌ ਨਿਧ ਪਾਏ, ਤ੍ਰੈ ਗੁਣ ਮੇਟ ਸਮਾਵਣਿਆ। ਜੋ ਮਨੁੱਖ ਪਰਮਾਤਮਾ ਦੇ ਸ਼ਬਦਾਂ ਨੂੰ ਵਿਚਾਰਦਾ ਹੈ, ਉਚਾਰਦਾ ਹੈ, ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਪੜ੍ਹਦਾ ਹੈ, ਉਹ ਨਿਹ ਕਰਮੀ ਭਾਵ ਵਾਸਨਾ ਰਹਿਤ ਹੋ ਜਾਂਦਾ ਹੈ। ਵਾਸਨਾਵਾਂ ਤੋਂ, ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ, ਨਿਰਲੇਪ ਹੋ ਜਾਂਦਾ ਹੈ। ਅੰਤਰ ਤਤ ਗਿਆਨ ਹਉਮੈ ਮਾਰੈ। ਅਸਲੇ ਦਾ ਗਿਆਨ, ਅਸਲੀਅਤ ਦਾ ਗਿਆਨ ਅੰਦਰ ਉਹਨੂੰ ਹੋ ਜਾਂਦਾ ਹੈ ਤੇ ਆਪਣੇ ਅੰਦਰੋਂ ਉਹ ਹਉਮੈ ਨੂੰ ਮਾਰ ਲੈਂਦਾ ਹੈ। 3 ਗੁਣੀ ਮਾਇਆ ਦੀ ਮੋਹ ਨੂੰ ਆਪਣੇ ਅੰਦਰੋਂ ਖਤਮ ਕਰ ਲੈਂਦਾ ਹੈ, ਮੇਟ ਲੈਂਦਾ ਹੈ। 9 ਖਜ਼ਾਨਿਆਂ ਦੇ ਬਰਾਬਰ ਉਸ ਪਰਮਾਤਮਾ ਦੇ ਨਾਮ ਪਦਾਰਥ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ ਤੇ ਇਸ ਤਰ੍ਹਾਂ ਕਰਕੇ ਉਹ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦਾ ਹੈ। ਹਉਮੈ ਕਰੈ ਨਿਹ ਕਰਮੀ ਨਾ ਹੋਵੈ, ਗੁਰ ਪ੍ਰਸਾਦੀ ਹਉਮੈ ਖੋਵੈ। ਅੰਤਰ ਵਿਵੇਕ ਸਦਾ ਆਪ ਵਿਚਾਰੇ, ਗੁਰ ਸ਼ਬਦੀ ਗੁਣ ਗਾਵਣਿਆ।
ਜਿਹੜਾ ਮਨੁੱਖ ਹਉਮੈ ਕਰਦਾ ਰਹਿੰਦਾ ਹੈ, ਮੈਂ ਕਰਦਾ ਰਹਿੰਦਾ ਹੈ, ਉਹ ਨਿਹਕਰਮੀ ਨਹੀਂ ਹੁੰਦਾ। ਉਹ ਵਾਸਨਾਵਾਂ ਤੋਂ ਰਹਿਤ ਆਪਣੇ ਆਪ ਨੂੰ ਨਹੀਂ ਕਰ ਪਾਉਂਦਾ। ਗੁਰ ਪ੍ਰਸਾਦੀ ਹਉਮੈ ਖੋਵੈ, ਤੇ ਜਿਹੜਾ ਗੁਰੂ ਦੇ ਲੜ ਲੱਗਦਾ ਹੈ, ਗੁਰੂ ਦੀ ਕਿਰਪਾ ਜਿਸ ਮਨੁੱਖ ਤੇ ਹੁੰਦੀ ਹੈ, ਉਹ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਲੈਂਦਾ ਹੈ। ਗੁਰੂ ਦੇ ਲੜ ਲੱਗੇ ਹੋਏ ਮਨੁੱਖ ਦੇ ਅੰਦਰ ਚੰਗੇ ਮੰਦੇ ਕਰਮਾਂ ਦੀ ਸੂਝ ਪੈਦਾ ਹੋ ਜਾਂਦੀ ਹੈ, ਤੇ ਫਿਰ ਉਹ ਸਦਾ ਆਤਮਿਕ ਜੀਵਨ ਨੂੰ ਵਿਚਾਰਦਾ ਰਹਿੰਦਾ ਹੈ। ਹਰ ਸਰ ਸਾਗਰ ਨਿਰਮਲ ਸੋਈ, ਸੰਤ ਚੁਗੈ ਨਿਤ ਗੁਰਮੁਖ ਹੋਈ। ਇਸਨਾਨ ਕਰੇ ਸਦਾ ਦਿਨ ਰਾਤੀ, ਹਉਮੈ ਮੈਲ ਚੁਕਾਵਣਿਆ। ਗੁਰੂ ਜੀ ਕਹਿੰਦੇ ਕਿ ਉਹ ਪ੍ਰਮਾਤਮਾ ਹੀ ਪਵਿੱਤਰ ਤੀਰਥ ਸਨਾਨ ਹੈ, ਤੀਰਥ ਸਥਾਨ ਹੈ, ਤੇ ਜਿਹੜੇ ਮਨੁੱਖ, ਜਿਹੜੇ ਸੰਤ ਜਨ ਗੁਰੂ ਦੇ ਲੜ ਲੱਗਦੇ ਹਨ, ਉਹ ਇਸ ਪਵਿੱਤਰ ਤੀਰਥ ਸਥਾਨ ਦੇ ਵਿੱਚੋਂ ਪ੍ਰਮਾਤਮਾ ਦੇ ਨਾਮ ਰੂਪੀ ਮੋਤੀ ਚੁਗਦੇ ਰਹਿੰਦੇ ਹਨ। ਇਸਨਾਨ ਕਰੈ ਸਦਾ ਦਿਨ ਰਾਤੀ, ਉਹ ਸਦਾ ਦਿਨ ਰਾਤ ਉਸ ਪ੍ਰਮਾਤਮਾ ਦੇ ਇਸ ਤੀਰਥ ਸਥਾਨ ਦੇ ਵਿੱਚ, ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਪਣੀ ਹਉਮੈ ਦੀ ਮੈਲ ਉਤਾਰਦੇ ਰਹਿੰਦੇ ਹਨ। ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰ ਵਸੈ ਹਉਮੈ ਮਾਰ। ਅਹਨਸ ਪ੍ਰੀਤ ਸ਼ਬਦ ਸਾਚੈ, ਹਰ ਸਰ ਵਾਸਾ ਪਾਵਣਿਆ। ਜਿਹੜਾ ਮਨੁੱਖ ਪ੍ਰਮਾਤਮਾ ਦੇ ਪ੍ਰੇਮ ਪਿਆਰ ਦੇ ਵਿੱਚ ਟਿਕਿਆ ਰਹਿੰਦਾ ਹੈ, ਮੰਨ ਲਓ ਕਿ ਉਹ ਇੱਕ ਸਾਫ਼ ਸੁਥਰਾ ਹੰਸ ਹੈ। ਉਹ ਹੰਸ ਜਿਹੜਾ ਕਿ ਹਰ ਸਰ ਵਸੈ ਹਉਮੈ ਮਾਰ, ਉਹ ਹੰਸ ਜਿਸ ਨੇ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਲਿਆ ਹੈ, ਤੇ ਉਹ ਉਸ ਪ੍ਰਮਾਤਮਾ ਦੇ ਪਵਿੱਤਰ ਸਰੋਵਰ ਦੇ ਵਿੱਚ ਵਾਸਾ ਕਰੀ ਰੱਖਦਾ ਹੈ, ਵਾਸ ਕਰੀ ਰੱਖਦਾ ਹੈ। ਗੁਰੂ ਦੇ ਸ਼ਬਦਾਂ ਦੇ ਰਾਹੀਂ ਉਹ ਸਦਾ ਦਿਨ ਰਾਤ ਉਸ ਪ੍ਰਮਾਤਮਾ ਦੇ ਵਿੱਚ ਆਪਣੀ ਪ੍ਰੀਤ ਜੋੜੀ ਰੱਖਦਾ ਹੈ, ਤੇ ਇਸ ਤਰ੍ਹਾਂ ਪ੍ਰਮਾਤਮਾ ਦੇ ਨਾਮ ਰੂਪੀ ਸਰੋਵਰ ਦੇ ਵਿੱਚ ਉਹ ਨਿਵਾਸ ਹਾਸਲ ਕਰੀ ਰੱਖਦਾ ਹੈ। ਤੇ ਜਿਹੜੇ ਮਨਮੁਖ ਨੇ, ਉਹ ਮਨਮੁਖ ਸਦਾ ਭਗ ਮੈਲਾ, ਹਉਮੈ ਮਲ ਲਾਈ। ਇਸਨਾਨ ਕਰੈ ਪਰ ਮੈਲ ਨਾ ਜਾਈ, ਜੀਵਤ ਮਰੈ ਗੁਰ ਸ਼ਬਦ ਵਿਚਾਰੈ, ਹਉਮੈ ਮੈਲ ਚੁਕਾਵਣਿਆ। ਪਰ ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਬਗਲੇ ਵਾਂਗੂ ਪਖੰਡੀ ਹੈ, ਉਹ ਸਦਾ ਮੈਲਾ ਹੈ, ਉਹਦੇ ਅੰਦਰ ਹਉਮੈ ਦੀ ਮੈਲ ਲੱਗੀ ਰਹਿੰਦੀ ਹੈ, ਤੇ ਅਜਿਹੀ ਮੈਲ ਉਹਦੀ ਤੀਰਥ ਇਸ਼ਨਾਨਾਂ ਦੇ ਉੱਪਰ ਇਸ਼ਨਾਨ ਕਰ ਕਰਕੇ ਵੀ ਉਤਰਦੀ ਨਹੀਂ। ਹੁਣ ਇੱਥੇ ਹੰਸ ਤੇ ਬਗਲਾ ਦੋ ਪੰਛੀਆਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ, ਉਹ ਹੰਸ ਹੈ, ਤੇ ਜਿਹੜਾ ਅਖੌਤੀ ਤੀਰਥ ਇਸ਼ਨਾਨਾਂ ਦੇ ਉੱਪਰ ਜਾ ਕੇ, ਤੀਰਥ ਸਥਾਨਾਂ ਦੇ ਉੱਪਰ ਜਾ ਕੇ ਇਸ਼ਨਾਨ ਕਰਦਾ ਹੈ, ਉਹ ਬਗਲਾ ਹੈ। ਜੋ ਹੰਸ ਹੈ ਉਹ ਆਪਦੀ ਵਿਕਾਰਾਂ ਦੀ ਮੈਲ ਦੂਰ ਕਰੀ ਰੱਖਦਾ ਹੈ, ਪਰ ਜਿਹੜਾ ਬਗਲਾ ਹੈ ਉਹ ਇਸ਼ਨਾਨ ਕਰੈ ਪਰ ਮੈਲ ਨਾ ਜਾਈ। ਉਹ ਇਸ਼ਨਾਨ ਤੇ ਕਰਨ ਜਾਂਦਾ ਹੈ, ਉਹਦੇ ਸਰੀਰ ਦੀ ਮੈਲ ਤਾਂ ਉਤਰ ਜਾਂਦੀ ਹੈ, ਪਰ ਉਹਦੇ ਮਨ ਤੋਂ ਵਿਕਾਰਾਂ ਦੀ ਮੈਲ ਨਹੀਂ ਉਤਰਦੀ, ਤੇ ਫਿਰ ਉਹ ਜੀਵਤ ਮਰੈ, ਉਹ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪਿਆ ਰਹਿੰਦਾ ਹੈ। ਗੁਰ ਸ਼ਬਦ ਵਿਚਾਰੈ, ਹਉਮੈ ਮੈਲ ਚੁਕਾਵਣਿਆ, ਕਿ ਜੋ ਹਉਮੈ ਦੀ ਮੈਲ ਹੈ ਉਹ ਗੁਰੂ ਦੇ ਸ਼ਬਦਾਂ ਦੇ ਵਿੱਚ ਜੁੜਿਆਂ ਦੂਰ ਹੁੰਦੀ ਹੈ, ਤੀਰਥਾਂ ਦੇ ਉੱਪਰ ਇਸ਼ਨਾਨ ਕਰਕੇ ਦੂਰ ਨਹੀਂ ਹੁੰਦੀ। ਰਤਨ ਪਦਾਰਥ ਘਰ ਤੇ ਪਾਇਆ, ਪੂਰਾ ਸਤਿਗੁਰ ਸ਼ਬਦ ਸੁਣਾਇਆ। ਗੁਰ ਪ੍ਰਸਾਦ ਮਿਟਿਆ ਅੰਧਿਆਰਾ, ਘਟ ਚਾਨਣ ਆਪ ਪਛਾਨਣਿਆ। ਜਿਹੜੇ ਮਨੁੱਖ ਨੇ ਗੁਰੂ ਦਾ ਸ਼ਬਦ ਸੁਣ ਲਿਆ, ਪੂਰਾ ਸਤਿਗੁਰ ਸ਼ਬਦ ਸੁਣਾਇਆ, ਕਿ ਜਿਸ ਮਨੁੱਖ ਨੂੰ ਉਸ ਗੁਰੂ ਨੇ ਪਰਮਾਤਮਾ ਦਾ ਸ਼ਬਦ ਸੁਣਾ ਦਿੱਤਾ, ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦੇ ਨਾਲ ਜੋੜ ਦਿੱਤਾ, ਰਤਨ ਪਦਾਰਥ ਘਰ ਤੇ ਪਾਇਆ, ਉਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਰੂਪੀ ਰਤਨ, ਕੀਮਤੀ ਹੀਰਾ ਆਪਣੇ ਹਿਰਦੇ ਦੇ ਵਿੱਚੋਂ ਹੀ ਲੱਭ ਪੈਂਦਾ ਹੈ। ਗੁਰ ਪ੍ਰਸਾਦ ਮਿਟਿਆ ਅੰਧਿਆਰਾ, ਗੁਰੂ ਦੇ ਲੜ ਲੱਗ ਕੇ ਉਹਦੇ ਅੰਦਰੋਂ ਮਾਇਆ ਦਾ, ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ, ਤੇ ਘਟ ਚਾਨਣ ਆਪ ਪਛਾਨਣਿਆ, ਆਪਣੇ ਅੰਦਰੋਂ ਹੀ ਉਹਨੂੰ ਗਿਆਨ ਦਾ ਚਾਨਣ ਹੋ ਜਾਂਦਾ ਹੈ, ਆਪਣੇ ਅੰਦਰੋਂ ਹੀ ਉਸ ਚਾਨਣ ਨੂੰ ਉਹ ਆਪ ਹੀ ਪਛਾਣ ਲੈਂਦਾ ਹੈ। ਆਪ ਉਪਾਏ ਤੈ ਆਪੇ ਵੇਖੈ, ਸਤਿਗੁਰ ਸੇਵੈ ਸੋ ਜਨ ਲੇਖੈ। ਨਾਨਕ ਨਾਮ ਵਸੈ ਘਟ ਅੰਤਰ, ਗੁਰ ਕਿਰਪਾ ਤੇ ਪਾਵਣਿਆ। ਪਰਮਾਤਮਾ ਨੇ ਆਪ ਹੀ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੋਇਆ ਹੈ, ਉਪਾਇਆ ਹੋਇਆ ਹੈ, ਤੇ ਆਪ ਹੀ ਉਹਨਾਂ ਨੂੰ ਵੇਖਦਾ ਹੈ, ਉਹਨਾਂ ਦੀ ਸਾਂਭ ਸੰਭਾਲ ਕਰਦਾ ਹੈ। ਜਿਹੜਾ ਮਨੁੱਖ ਗੁਰੂ ਦਾ ਆਸਰਾ ਲੈਂਦਾ ਹੈ, ਉਹ ਉਸ ਪਰਮਾਤਮਾ ਦੀ ਦਰਗਾਹ 'ਤੇ ਕਬੂਲ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਪੈਂਦਾ ਹੈ, ਤੇ ਗੁਰੂ ਦੀ ਕਿਰਪਾ ਦੇ ਨਾਲ ਉਹ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 128ਵੇਂ ਅੰਗ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ। ਇਸ ਅੰਗ ਦੀ ਬਾਣੀ ਦੇ ਵਿੱਚ ਪ੍ਰਮੁੱਖ ਤੌਰ ਤੇ ਜੇ ਅਸੀਂ ਗੱਲ ਕਰੀਏ ਤਾਂ ਧਾਰਮਿਕ ਪੁਸਤਕਾਂ ਦੇ ਬਾਰੇ ਦੇ ਵਿੱਚ, ਧਾਰਮਿਕ ਪੁਸਤਕਾਂ ਪੜ੍ਹਨ ਦੇ ਬਾਰੇ ਦੇ ਵਿੱਚ ਗੱਲ ਕੀਤੀ ਗਈ।
ਤੇ ਅਸੀਂ ਜਾਣਿਆ ਕਿ ਕਿਸ ਤਰ੍ਹਾਂ ਜੋ ਪੰਡਤ ਹੈ ਉਹ ਧਾਰਮਿਕ ਪੁਸਤਕਾਂ ਪੜ੍ਹ ਕੇ ਸੁਣਾਉਣ ਦੇ ਬਦਲੇ ਦੇ ਵਿੱਚ ਦਕਸ਼ਨਾ ਲੈਂਦਾ ਹੈ ਤੇ ਉਹਦਾ ਮਕਸਦ ਜੋ ਹੈ ਉਹ ਲੋਕਾਂ ਨੂੰ ਪ੍ਰਮਾਤਮਾ ਬਾਰੇ ਗਿਆਨ ਦੇਣਾ ਨਹੀਂ ਬਲਕਿ ਮਾਇਆ ਇਕੱਠੀ ਕਰਨਾ ਹੁੰਦਾ ਹੈ। ਤਾਂ ਬਦਕਿਸਮਤੀ ਦੇ ਨਾਲ ਇਹ ਪ੍ਰਕਿਰਿਆ ਕਿਤੇ ਨਾ ਕਿਤੇ ਸਾਡੇ ਧਰਮ ਦੇ ਵਿੱਚ ਵੀ ਘਰ ਕਰ ਗਈ ਹੈ। ਸੋ ਆਓ ਕੋਸ਼ਿਸ਼ ਕਰੀਏ ਕਿ ਗੁਰੂ ਦੀ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਸਿਰਫ ਪੁਸਤਕ ਪੜ੍ਹਨ ਤੱਕ ਹੀ ਅਸੀਂ ਸੀਮਤ ਨਾ ਰਹੀਏ, ਸਿਰਫ ਅਸੀਂ ਪਾਠ ਕਰਨ ਤੱਕ ਹੀ ਸੀਮਤ ਨਾ ਰਹੀਏ, ਉਹਦੇ ਅਰਥਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਉਤਾਰੀਏ। ਗੁਰੂ ਦੀ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਉਹ ਭਾਵੇਂ ਕਿਸੇ ਵੀ ਮਾਧਿਅਮ ਰਾਹੀਂ ਹੋਵੇ। ਇਸੇ ਸੰਦੇਸ਼ ਦੇ ਨਾਲ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।